ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੀ ਇਸ ਸਵੇਰ ਦੀ ਕਲਾਸ ਵਿੱਚ ਆਪ ਸਾਰੇ ਜੁੜੇ ਬੈਠੇ ਹੋ, ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਸਤਿਗੁਰਾਂ ਦਾ ਜੋ ਜੀਵਨ ਇਤਿਹਾਸ ਹੈ ਉਹਨੂੰ ਵਿਚਾਰ ਰਹੇ ਹਾਂ। ਕੱਲ ਆਪਾਂ ਵਿਚਾਰਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਦਾਸੀਆਂ ਤੇ ਚੱਲੇ ਨੇ, ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਸਹੁਰਾ ਸਾਹਿਬ ਆਏ, ਬੜਿਆਂ ਨੇ ਆ ਕੇ ਸਮਝਾਇਆ ਪਰ ਗੁਰੂ ਸਾਹਿਬ ਨੇ ਸਭ ਨੂੰ ਨਿਰੁੱਤਰ ਕਰ ਦਿੱਤਾ। ਇੱਥੋਂ ਮੇਰੇ ਪਾਤਸ਼ਾਹ ਜੀ ਉਦਾਸੀਆਂ ਤੇ ਚੱਲੇ, ਫਿਰੰਦੇ ਕੋਲੋਂ ਰਬਾਬ ਲਈ ਭਾਈ ਮਰਦਾਨਾ ਜੀ ਲੈ ਕੇ ਆਇਆ, ਜਿਹਦੇ ਪੈਸੇ ਬੇਬੇ ਨਾਨਕੀ ਜੀ ਨੇ ਦਿੱਤੇ। ਉਸ ਤੋਂ ਬਾਅਦ ਗੁਰੂ ਸਾਹਿਬ ਚੱਲੇ। ਸਭ ਤੋਂ ਪਹਿਲਾਂ ਭਾਈ ਸਾਹਿਬ ਨੇ ਆਖਿਆ ਕਿ ਦਰਿਆ ਬਿਆਸ ਦੇ ਕਿਨਾਰੇ ਤੇ ਇੱਕ ਜਗ੍ਹਾ ਤੇ ਬੈਠੇ ਕੀਰਤਨ ਕੀਤਾ। ਜਦੋਂ ਉੱਥੋਂ ਉੱਠ ਕੇ ਚੱਲਣ ਲੱਗੇ ਤੇ ਕਹਿੰਦੇ, ਮਰਦਾਨਿਆਂ, ਇਹ ਨਗਰ, ਇੱਥੇ ਨਗਰ ਬੜਾ ਆਬਾਦ ਵਸੇਗਾ, ਇੱਕ ਮਹਾਂਪੁਰਖ ਇੱਥੇ ਆ ਕੇ ਬੈਠੇਗਾ। ਇਹ ਗੋਇੰਦਵਾਲ ਸਾਹਿਬ ਦੇ ਪਰਥਾਏ ਸੀ, ਉੱਥੋਂ ਉੱਠੇ ਚੱਲ ਪਏ ਇੱਕ ਜਗ੍ਹਾ ਤੇ ਜਿੱਥੇ ਬਹੁਤ ਸੰਘਣੀਆਂ ਬੇਰੀਆਂ ਸਨ, ਵਿਚਕਾਰ ਇੱਕ ਤਾਲ ਸੀ, ਤਲਾਬ ਸੀ। ਉੱਥੇ ਜਾ ਕੇ ਬੈਠੇ, ਕੀਰਤਨ ਕੀਤਾ ਤੇ ਉੱਠਣ ਲੱਗਿਆਂ ਕਹਿੰਦੇ, ਮਰਦਾਨਿਆਂ, ਇੱਥੇ ਵੀ ਇੱਕ ਭਲਾ ਪੁਰਖ ਮਹਾਂਪੁਰਖ ਆ ਕੇ ਬੈਠੇਗਾ, ਬਹੁਤ ਵੱਡਾ ਸ਼ਹਿਰ ਇਹ ਬਣੇਗਾ, ਰੌਣਕਾਂ ਲੱਗਣਗੀਆਂ। ਇਹ ਜਗ੍ਹਾ ਅੰਮ੍ਰਿਤਸਰ ਸਾਹਿਬ, ਜਿੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਹੈ, ਉੱਥੇ ਆ ਕੇ ਬੈਠੇ ਸਨ ਬਾਦਸ਼ਾਹ। ਉਪਰੰਤ ਚੱਲੇ ਤੇ ਚੱਲਦੇ ਚੱਲਦੇ ਸੈਦਪੁਰ ਗੁਰੂ ਨਾਨਕ ਸਾਹਿਬ ਪਹੁੰਚੇ ਹਨ, ਜਿਹਨੂੰ ਐਮਨਾਬਾਦ ਵੀ ਕਿਹਾ ਜਾਂਦਾ ਹੈ। ਇੱਥੇ ਗੁਰੂ ਸਾਹਿਬ ਦਾ ਇੱਕ ਸਿੱਖ, ਜਿਹੜਾ ਮੇਰੇ ਪਾਤਸ਼ਾਹ ਨੂੰ ਲਗਾਤਾਰ ਯਾਦ ਕਰ ਰਿਹਾ, ਅਰਦਾਸਾਂ ਕਰ ਰਿਹਾ, ਬੇਨਤੀਆਂ ਕਰ ਰਿਹਾ, ਉਹਦੇ ਘਰ ਦਾ ਦਰਵਾਜ਼ਾ ਜਾ ਕੇ ਖੜਕਾਇਆ। ਉਹਨੇ ਦਰਵਾਜ਼ਾ ਖੋਲਿਆ, ਤੱਕਦਾ ਹੈ, ਦੇਖਦਾ ਹੈ ਗੁਰੂ ਸਾਹਿਬ ਨੂੰ। ਪਾਤਸ਼ਾਹ ਨੇ ਆਖਿਆ, ਕਹਿੰਦੇ, ਉਹੀ ਆ ਜਿਹਨੂੰ ਲਗਾਤਾਰ ਯਾਦ ਕਰਦਾ ਹੈ, ਉਹੀ ਆ। ਇਹਨੇ ਚਰਨਾਂ ਤੇ ਸਿਰ ਰੱਖਿਆ ਤੇ ਮੇਰੇ ਪਾਤਸ਼ਾਹ ਜੀ ਨੂੰ ਅੰਦਰ ਲੈ ਗਿਆ। ਅੰਦਰ ਲੈ ਕੇ ਗਿਆ ਹੁਣ ਮਰਦਾਨੇ ਦੇ ਅੰਦਰ। ਮਰਦਾਨੇ ਦੇ ਦਿਲ ਵਿੱਚ ਬੜੀਆਂ ਗੱਲਾਂ ਨੇ, ਮਨ ਵਿੱਚ ਬੜੀਆਂ ਵਿਚਾਰਾਂ ਨੇ ਵੀ ਕਿੱਥੇ ਆ ਗਏ ਆ ਤੇ ਕੀ ਕੁਝ ਅੱਗੇ ਵਾਪਰਦਾ ਹੈ, ਅੱਜ ਆਪਾਂ ਵਿਚਾਰਾਂਗੇ। ਸੋ ਸਭ ਤੋਂ ਪਹਿਲਾਂ ਆਪ ਜੀ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਗਏ, ਲਾਲੋ ਦੇ ਨੈਣ ਭਰ ਆਏ, ਸਿਰ ਝੁਕ ਗਿਆ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਕੋਠੇ ਦੇ ਅੰਦਰ ਲੈ ਗਿਆ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਤੇ ਮਨ ਵਿੱਚ ਆਪਣੇ ਸੋਚਦੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕੋਲ ਮੋਦੀ ਖਾਨੇ ਦੇ ਕਿੰਨੇ ਹੀ ਨੌਕਰ ਅੱਗੇ ਪਿੱਛੇ ਹੱਥ ਜੋੜ ਕੇ ਖੜੇ ਹੁੰਦੇ ਸੀ, ਨਵਾਬ ਆ ਕੇ ਹੱਥ ਜੋੜ ਕੇ ਖੜਦਾ ਸੀ, ਘਰ ਦਾ ਸੁੱਖ ਸੀ, ਦੇਵੀ ਵਰਗੀ ਭੈਣ ਸੀ, ਪਤੀ ਪ੍ਰਤਾ ਵਰਗੀ ਇਸਤਰੀ ਸੀ, ਸਾਰਾ ਕੁਝ ਛੱਡ ਕੇ ਵੀ ਜਿੱਥੇ ਵੀ ਗੁਰੂ ਨਾਨਕ ਸਾਹਿਬ ਜਾਂਦੇ ਸਨ, ਲੋਕ ਪੈਰਾਂ ਦੀਆਂ ਤਲੀਆਂ ਦੇ ਥੱਲੇ, ਪੈਰਾਂ ਦੇ ਥੱਲੇ ਹੱਥਾਂ ਦੀਆਂ ਤਲੀਆਂ ਵਿਛਾ ਦਿੰਦੇ ਸਨ। ਮਰਦਾਨੇ ਦੇ ਮਨ ਵਿੱਚ ਅੱਜ ਕਿੱਥੇ ਆ ਗਏ ਨੇ? ਕਿੱਲੇ ਘੜਨ ਵਾਲੇ ਦੇ ਘਰ ਨਾ ਮੰਜਾ, ਨਾ ਪੀੜੀ, ਨਾ ਖੇਸ, ਨਾ ਦਰੀ, ਇਹਦੇ ਘਰ ਵਿੱਚ ਤੇ ਕੁਝ ਵੀ ਨਹੀਂ ਹੈ। ਇਹਨਾਂ ਨੂੰ ਕਹਿੰਦੇ ਲਾਲੋ ਨੇ ਬਾਹਰੋਂ ਜਾ ਕੇ ਇੱਕ ਪਲੰਗੀਰੀ ਜੀ ਆਂਦੀ, ਛੋਟੀ ਜੀ ਪਲੰਗ ਜੀ, ਜੋ ਉਹਦੇ ਕੋਲ ਹੈ ਸੀ ਉਹ ਲੈ ਆਂਦੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਦੇ ਉੱਤੇ ਬਿਠਾ ਦਿੱਤਾ। ਕਿੰਨਾ ਚਿਰ ਬੈਠੇ ਰਹੇ, ਦਵੱਲੀ ਕੋਈ ਗੱਲਬਾਤ ਨਹੀਂ ਹੋਈ। ਬੈਠੇ ਰਹੇ ਕਿੰਨੀ ਦੇਰ, ਦੇਖਦਾ ਰਿਹਾ, ਉਹ ਦਰਸ਼ਨ ਕਰਦਾ ਰਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਫਿਰ ਬਾਹਰ ਲਾਲੋ ਨੇ 51 ਚੌਂਕੇ ਵਿੱਚ ਰਸੋਈ ਕੀਤੀ। ਇਧਰ ਮਰਦਾਨੇ ਨੇ ਪੁੱਛਿਆ, ਦਾਤਾ ਜੀ, ਇਹ ਕੌਣ ਪੁਰਖ ਹੈ ਜਿਸ ਦੇ ਘਰੇ ਆਪ ਚੱਲ ਕੇ ਆਏ ਹੋ? ਇਹ ਕੌਣ ਹੈ? ਘਰ ਛੱਡ ਸ਼ਹਿਰਾਂ ਤੋਂ ਪਰੇ ਪਰੇ ਰਹਿੰਦੇ, ਕਿੱਥੇ ਆਪ ਆਚਰਨ ਪਾਏ ਨੇ? ਘਰ ਵੀ ਛੱਡਿਆ, ਕਿਸੇ ਸ਼ਹਿਰ ਦੇ ਵਿੱਚ ਵੀ ਨਹੀਂ ਆਪ ਗਏ, ਸ਼ਹਿਰੋਂ ਬਾਰ-ਬਾਰ ਤੁਰਦੇ ਗਏ। ਤੇ ਸੱਚੇ ਪਾਤਸ਼ਾਹ ਕਿਹਦੇ ਘਰ ਵਿੱਚ ਆ ਕੇ ਚਰਨ ਪਾਏ ਨੇ? ਕੌਣ ਨੇ? ਜਦੋਂ ਭਾਈ ਮਰਦਾਨੇ ਦੇ ਇਹਨਾਂ ਬੋਲਾਂ ਨੂੰ ਸੁਣਿਆ, ਮੇਰੇ ਪਾਤਸ਼ਾਹ ਥੋੜੇ ਜਿਹੇ ਮੁਸਕਰਾਏ। ਕਹਿੰਦੇ, ਅਸੀਂ ਭਗਤੀ ਦੇ ਘਰ ਆਏ ਹਾਂ ਮਰਦਾਨਿਆਂ, ਭਗਤੀ ਦੇ ਘਰ। ਅਸੀਂ ਧਰਮ ਦੀ ਕਿਰਤ ਦੇ ਘਰ ਆਏ ਹਾਂ। ਜਿੱਥੇ ਕਿਰਤ ਹੈ,
ਜਿੱਥੇ ਕਿਰਤ ਹੈ ਧਰਮ ਦੀ, ਪਰ ਨਾਲ ਹੀ ਮਨ ਚਾਨਣੇ ਵਿੱਚ ਹੈ, ਨਾਲ ਹੀ ਮਨ ਸੋਝੀ ਵਿੱਚ ਹੈ। ਦੇਖੋ ਗੁਰੂ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀਤੀ। ਮਰਦਾਨਾ ਕਹਿੰਦਾ ਕਿੱਥੇ ਆਏ? ਕਹਿੰਦੇ ਭਗਤੀ ਦੇ ਘਰ ਆਏ ਹਾਂ, ਇੱਥੇ ਪ੍ਰਮਾਤਮਾ ਦੀ ਭਗਤੀ ਹੈ। ਮਰਦਾਨਿਆਂ ਧਰਮ ਦੀ ਕਿਰਤ ਕਰਨ ਵਾਲੇ ਦੇ ਘਰ ਆਏ ਹਾਂ, ਜਿਹੜਾ ਧਰਮ ਦੀ ਕਿਰਤ ਕਰ ਰਿਹਾ ਹੈ। ਮਰਦਾਨਿਆਂ ਇੱਥੇ ਧਰਮ ਦੀ ਕਿਰਤ ਹੈ, ਨਾਲ ਨਾਲ ਮਨ ਇਹਦਾ ਚਾਨਣੇ ਦੇ ਵਿੱਚ ਵੀ ਹੈ। ਇਹਨੇ ਚੰਨੂ ਕਹਿੰਦੇ ਭਾਈ ਲਾਲੂ ਨੇ ਪ੍ਰਸ਼ਾਦਾ ਤਿਆਰ ਕਰ ਲਿਆ, ਭੋਜਨ ਤਿਆਰ ਹੋ ਗਿਆ, ਤੇ ਲਾਲੂ ਨੇ ਆ ਕੇ ਕਿਹਾ ਚੌਂਕੇ ਵਿੱਚ ਚੱਲੋ ਤੇ ਸੱਚੇ ਪਾਤਸ਼ਾਹ ਜੀ ਭੋਜਨ ਛਕੋ, ਚੌਂਕੇ ਵਿੱਚ ਚੱਲੋ ਤੇ ਭੋਜਨ ਛਕੋ। ਜਦੋਂ ਇਹ ਗੱਲ ਸੁਣੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਲਾਲੋ ਸਾਰੀ ਧਰਤੀ ਹੀ ਚੌਂਕਾ ਹੈ, ਤੇ ਸੱਚ ਵਿੱਚ ਰਤਿਆਂ ਸਾਰੀ ਸੁੱਚ ਹੋ ਜਾਂਦੀ। ਅਸਲ ਵਿੱਚ ਪਹਿਲਾਂ ਚੌਂਕਾ ਬਣਾਉਂਦੇ ਸਨ। ਮੈਨੂੰ ਅੱਜ ਵੀ ਯਾਦ ਹੈ, ਕਿਉਂਕਿ ਇਹਨਾਂ ਗੱਲਾਂ ਦਾ ਉਦੋਂ ਪਤਾ ਨਹੀਂ ਹੁੰਦਾ ਸੀ, ਇਹਨਾਂ ਗੱਲਾਂ ਦੇ ਬਾਰੇ ਉਦੋਂ ਸਮਝ ਨਹੀਂ ਹੁੰਦੀ ਸੀ। ਲੇਪਣ ਕਰਨਾ ਚੌਂਕੇ ਦੇ ਵਿੱਚ, ਲੇਪਣ ਕਰਨ ਤੋਂ ਬਾਅਦ ਉਹਦਾ ਚੌਂਕਾ ਤਿਆਰ ਹੋਣਾ, ਇਹਦੇ ਨਾਲ ਮੰਨਿਆ ਜਾਂਦਾ ਸੀ ਵੀ ਜਿਹੜਾ ਚੌਂਕਾ ਹੈ ਉਹ ਸੁੱਚਾ ਹੋ ਗਿਆ। ਇਹ ਮੰਨਿਆ ਜਾਂਦਾ ਸੀ ਜਿਹੜਾ ਚੌਂਕਾ ਹੈ ਵਾਹਿਗੁਰੂ 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 ਜੀ। ਇਹਨੂੰ ਚੌਂਕਾ ਤਿਆਰ ਕਰਦੇ ਸੀ, ਚੌਂਕਾ ਤਿਆਰ ਕਰਕੇ ਤੇ ਭੋਜਨ ਖਾਣਾ। ਜਦੋਂ ਭਾਈ ਲਾਲੋ ਆਏ, ਉਹਨਾਂ ਹੱਥ ਜੋੜ ਕੇ ਆਖਿਆ ਜੀ ਚੌਂਕਾ ਤਿਆਰ ਹੈ, ਆਓ ਪ੍ਰਸ਼ਾਦਾ ਛਕ ਲਓ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਸਾਰੀ ਧਰਤੀ ਚੌਂਕਾ ਹੈ, ਤੇ ਜਿਹੜੇ ਸੱਚ ਵਿੱਚ ਰਤੇ ਹੋਏ ਨੇ ਨਾ ਉਹ ਹਮੇਸ਼ਾ ਹੀ ਸੁੱਚੇ ਰਹਿੰਦੇ ਨੇ। ਤੂੰ ਭੋਜਨ ਇੱਥੇ ਹੀ ਲੈ ਆ, ਜਾਂ ਲਾਲੋ ਕੋ ਤੂੰ ਭੋਜਨ ਇੱਥੇ ਹੀ ਲੈ ਆ ਸਾਡੇ ਕੋਲ। ਕਹਿੰਦੇ ਲਾਲੋ ਗਿਆ ਤੇ ਕੋਧਰੇ ਦੀ ਰੋਟੀ ਤੇ ਸਾਗ ਲੈ ਆਇਆ, ਕੋਧਰੇ ਦੀ ਰੋਟੀ ਲੈ ਕੇ ਆ ਗਿਆ, ਸਾਗ ਲੈ ਕੇ ਆ ਗਿਆ। ਮਰਦਾਨਾ ਬੜਾ ਮਨ ਦੇ ਅੰਦਰ ਸੋਚਦਾ ਪਿਆ ਏ, ਆਖੇ ਕਿੱਥੇ ਆ ਗਏ ਆ, ਇਹ ਸੁੱਕੀ ਰੋਟੀ ਤੇ ਮੇਰਾ ਗਲਾ। ਸੁਣਿਓ, ਕਿਉਂਕਿ ਮਰਦਾਨਾ ਇੱਕ ਗਵਈਆ ਏ, ਤੇ ਜਿਹੜੇ ਗਵਈਏ ਨੇ ਗਾਉਣ ਵਾਲੇ ਨੇ ਉਹ ਆਪਣੇ ਗਲੇ ਦਾ ਧਿਆਨ ਬੜਾ ਰੱਖਦੇ ਨੇ, ਕੀ ਖਾਣਾ ਹੈ ਕੀ ਨਹੀਂ ਖਾਣਾ, ਕੀ ਪੀਣਾ ਹੈ, ਠੰਡਾ ਨਹੀਂ ਪੀਣਾ, ਕੋਸਾ ਪੀਣਾ, ਜਾਂ ਜੋ ਵੀ ਹੈ ਉਹ ਬੜਾ ਧਿਆਨ ਰੱਖਦੇ ਨੇ ਵੀ ਗਲਾ ਕਿਤੇ ਖਰਾਬ ਨਾ ਹੋਵੇ। ਤੇ ਮਰਦਾਨਾ ਕਹਿੰਦਾ ਸੁੱਕੀ ਰੋਟੀ ਕੋਧਰੇ ਦੀ, ਉਹ ਵੀ ਤੇ ਉਤੋਂ ਮੇਰਾ ਗਲਾ। ਪਰ ਫਿਰ ਇੱਕ ਗੱਲ ਹੋਰ ਵੀ ਹੈ, ਜੇ ਮਨ ਦੇ ਅੰਦਰ ਇਹ ਵਿਚਾਰਾਂ ਨੇ ਤੇ ਇੱਕ ਵਿਚਾਰ ਮਰਦਾਨੇ ਦੇ ਮਨ ਵਿੱਚ ਹੋਰ ਵੀ ਹੈ। ਉਹ ਵਿਚਾਰ ਇਹ ਆ ਕਿ ਜੋ ਗੁਰੂ ਨੂੰ ਚੰਗਾ ਲੱਗੇ ਉਹ ਮੈਨੂੰ ਪ੍ਰਵਾਨ ਹੈ, ਜੋ ਗੁਰੂ ਖਵਾਏਗਾ ਮੈਂ ਖਾਵਾਂਗਾ, ਖਾ ਮਣਾ ਖਾ ਤੇ ਖੁਸ਼ ਹੋ ਕੇ ਖਾ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਹੈ। ਇਹ ਵਿਚਾਰ ਕੇ ਮਰਦਾਨੇ ਨੇ ਰੋਟੀ ਖਾਧੀ। ਜਦੋਂ ਮਰਦਾਨਾ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਹੈ ਤੇ ਕਹਿੰਦੇ ਮਿੱਠਾ ਅੰਮ੍ਰਿਤ ਵਰਗਾ ਮਿੱਠਾ ਸਵਾਦ ਆਉਂਦਾ ਹੈ। ਜਦ ਸਤਿਗੁਰਾਂ ਨੇ ਵੀ ਪ੍ਰਸ਼ਾਦਾ ਛਕ ਲਿਆ ਤੇ ਲਾਲੋ ਨੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਸਾਹਿਬ ਨੇ ਮਿਹਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾ ਵਾਲੀ ਬ੍ਰਿਤੀ ਅਡੋਲ ਆਤਮ ਰਸ ਵਿੱਚ ਭਿੱਜੀ ਗਈ। ਇੰਨੀ ਮਿਹਰ ਗੁਰੂ ਸਾਹਿਬ ਨੇ ਕੀਤੀ, ਇਹਦੇ ਸਿਰ ਦੇ ਉੱਪਰ ਹੱਥ ਰੱਖਿਆ। ਹੁਣ ਜਿਹੜੀ ਬੰਦਗੀ ਇਹ ਕਰਦਾ ਸੀ ਨਾ, ਉਹ ਬੰਦਗੀ ਰਸ ਗਈ ਅੰਦਰ। ਆਤਮਕ ਅਡੋਲਤਾ ਜਿਹੜੀ ਉਹ ਮਨ ਦੇ ਅੰਦਰ ਭਾਈ ਲਾਲੋ ਦੇ ਮਨ ਵਿੱਚ ਆ ਗਈ। ਮੈਂ ਇੱਕ ਬੇਨਤੀ ਹੋਰ ਵੀ ਤੁਹਾਨੂੰ ਕਰਾਂ, ਕੁਝ ਸ਼ਹਿਰ ਨੇ ਜਿਨ੍ਹਾਂ ਸ਼ਹਿਰਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਦਰਜ ਨੇ। ਕੁਝ ਇਨਸਾਨ, ਕੁਝ ਸਿੱਖ ਵੀ ਨੇ, ਕੁਝ ਨਾਮ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਉਹਨਾਂ ਵਿੱਚੋਂ ਇੱਕ ਨਾਮ ਭਾਈ ਲਾਲੋ ਦਾ ਵੀ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਿਆ ਸੀ, ਜਿਹਦੇ ਵਿੱਚ ਹਰ ਵਾਰ ਭਾਈ ਲਾਲੋ ਨੂੰ ਗੁਰੂ ਸਾਹਿਬ ਨੇ ਸੰਬੋਧਨ ਕੀਤਾ ਹੈ। ਜਦੋਂ ਮੇਰੇ ਪਾਤਸ਼ਾਹ ਆਖਦੇ ਸਨ ਕਿ ਸੱਚ ਕੀ ਬਾਣੀ ਨਾਨਕ ਬੋਲੇ, ਸੱਚ ਸੁਣਾਈ ਸੀ ਸੱਚ ਕੀ ਬੇਲਾ, ਉਦੋਂ ਹਰ ਵਾਰ ਲਾਲੋ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। ਜਦੋਂ ਆਖੀ ਪੰਕਤੀ ਵੀ ਖੂਨ ਕੇ ਸੋਹਿਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਪਾਏ ਵੇ ਲਾਲੋ, ਲਾਲੋ ਨੂੰ ਸੰਬੋਧਨ ਕਰਕੇ। ਕਹਿੰਦੇ ਆਤਮਕ ਅਡੋਲਤਾ ਵਿੱਚ ਇਹਦੀ ਬ੍ਰਿਤੀ ਭਿੱਜ ਗਈ, ਟਿਕ ਗਿਆ।
2-3 दिन पातशाह ਇਹਦੇ ਘਰ ਵਿੱਚ ਰਹੇ ਭਾਈ ਲਾਲੋ ਦੇ। ਫਿਰ ਜਦੋਂ ਤੁਰਨ ਲੱਗੇ ਨਾ ਤੇ ਕਹਿੰਦੇ ਲਾਲੋ ਦੇ ਨੇਤਰਾਂ ਵਿੱਚ ਹੰਝੂ ਭਰ ਆਏ, ਨੈਣ ਭਰ ਗਏ ਤੇ ਬੇਨਤੀ ਕਰ ਰਿਹਾ ਹੈ, ਪਾਤਸ਼ਾਹ ਅਜੇ ਨਾ ਜਾਓ, ਸਤਿਗੁਰੂ ਜੀਓ ਕਿਰਪਾ ਕਰੋ, ਕੁਝ ਦਿਨ ਹੋਰ ਠਹਿਰੋ। ਇਹ ਵਾਰ-ਵਾਰ ਬੇਨਤੀਆਂ ਕਰ ਰਿਹਾ ਹੈ, ਪਾਤਸ਼ਾਹ ਮੇਰੇ ਕੋਲ ਰੁਕੋ। ਤੇ ਜਦੋਂ ਵਾਰ-ਵਾਰ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਨੇ ਪ੍ਰਵਾਨ ਕੀਤਾ, ਤਰੁੱਠੇ। ਉਸ ਦੀ ਪ੍ਰੇਮ ਭਾਵਨਾ ਵਿੱਚ ਪ੍ਰਸੰਨ ਹੋ ਕੇ ਆਪ ਕੁਝ ਹੋਰ ਸਮਾਂ ਉੱਥੇ ਠਹਿਰ ਗਏ। ਰਾਤ ਨੂੰ ਲਾਲੋ ਦੇ ਘਰ ਆ ਜਾਣਾ, ਜਿਵੇਂ ਉੱਥੇ ਰਹੇ ਉਸ ਕਿਸ ਤਰ੍ਹਾਂ ਦਾ ਵਿਹਾਰ ਸੀ ਵੀ ਰਾਤ ਨੂੰ ਲਾਲੋ ਦੇ ਕੋਠੇ ਵਿੱਚ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ। ਸਾਰਾ ਦਿਨ ਰੋੜਾਂ ਤੇ ਜਾਂ ਰੇਤ ਦੇ ਥੜਿਆਂ ਤੇ ਕਿਸੇ ਰੰਗ ਵਿੱਚ ਮਗਨ ਬੈਠੇ ਰਹਿਣਾ। ਇੱਥੇ ਐਮਨਾਬਾਦ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਤੇ ਤਲਾਬ ਹੈ। ਇੱਥੇ ਨਾਮ ਹੈ ਇਹਦਾ ਰੋੜੀ ਸਾਹਿਬ। ਇਹਦਾ ਨਾਮ ਰੋੜੀ ਸਾਹਿਬ ਹੈ। ਭਾਈ ਵੀਰ ਸਿੰਘ ਲਿਖਦੇ ਨੇ ਕਿ ਸਾਡੇ ਸਮੇਂ ਤੱਕ ਉਹ ਆਪਣਾ ਸਮਾਂ ਲਿਖ ਰਹੇ ਨੇ ਕਿ ਉਦੋਂ ਤੱਕ ਭਾਈ ਲਾਲੋ ਦਾ ਕੋਠਾ ਵੀ ਸੀ ਅਜੇ, ਤੇ ਲਾਲੋ ਦੀ ਖੂਹੀ ਵੀ ਉੱਥੇ ਸੀ। ਉੱਥੇ ਖੱਤਰੀ ਦੀਵਾਨਾਂ ਦੇ ਮਕਾਨਾਂ ਦੇ ਪਾਸਵਾਰ ਹੈ। ਪਹਿਲੋਂ ਉਹਨਾਂ ਦੇ ਕਬਜ਼ੇ ਵਿੱਚ ਸੀ ਇਹ, ਫਿਰ ਜਦੋਂ ਅਕਾਲੀ ਲਹਿਰ ਚੱਲੀ ਤੇ ਫਿਰ ਇਹ ਜਿਹੜੇ ਅਸਥਾਨ ਸਨ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਗਏ। ਗੁਰਦੁਆਰਾ ਰੋੜੀ ਸਾਹਿਬ ਉੱਥੇ ਕਹਿੰਦੇ ਸਾਰਾ ਦਿਨ ਬਾਹਰ ਰਹਿਣਾ, ਕਦੇ ਰੋੜੀ ਤੇ ਬੈਠੇ ਰਹਿਣਾ ਰੋੜਾਂ ਤੇ, ਕਦੇ ਰੇਤ ਤੇ ਬੈਠ ਕੇ ਬੰਦਗੀ ਕਰਦੇ ਰਹਿਣਾ। ਥੋੜੇ ਦਿਨਾਂ ਮਗਰੋਂ ਮਰਦਾਨਾ ਤਾਂ ਘਰਦਿਆਂ ਦੀ ਖਬਰ ਸੁਰਤ ਲੈਣ ਤਲਵੰਡੀ ਨੂੰ ਚਲਾ ਗਿਆ, ਪਰ ਸ੍ਰੀ ਗੁਰੂ ਜੀ ਉੱਥੇ ਹੀ ਰਹੇ। ਕਹਿੰਦੇ ਇੰਨੇ ਚਿਰ ਤੱਕ ਨਗਰ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਤਲਵੰਡੀ ਦਾ ਬੇਦੀ ਕੁੱਲ ਦਾ ਇੱਕ ਖੱਤਰੀ, ਸੁਣਿਓ, ਕਿ ਤਲਵੰਡੀ ਦਾ ਏ ਉਹ ਵੇਦੀ ਕੁੱਲ ਦਾ ਏ ਤੇ ਹੈ ਵੀ ਖੱਤਰੀ ਏ, ਪਰ ਉਹ ਰਹਿ ਰਿਹਾ ਏ ਲਾਲੋ ਸ਼ੂਦਰ ਦੇ ਘਰ। ਤਰਖਾਣ ਸ਼ੂਦਰਾਂ ਦੀ ਗਿਣਤੀ ਵਿੱਚ ਆਉਂਦੇ ਨੇ ਪੰਡਤ ਦੇ ਅਨੁਸਾਰ। ਰੌਲਾ ਇਸ ਗੱਲ ਦਾ ਪੈ ਗਿਆ ਕਿ ਰਹਿ ਰਿਹਾ ਸ਼ੂਦਰ ਦੇ ਘਰ ਹੈ ਤੇ ਉਹਦੇ ਹੱਥ ਦੀ ਰੋਟੀ ਖਾ ਰਿਹਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਖੱਤਰੀ ਦੇ ਵੇਦੀ ਕੁੱਲ ਦਾ ਜਿਹੜਾ ਖੱਤਰੀ ਏ ਉਹਨੇ ਆਪਣੇ ਨਾਲ ਇੱਕ ਮਰਾਸੀ ਨੂੰ ਵੀ ਰੱਖਿਆ ਹੋਇਆ ਹੈ। ਮਰਾਸੀ ਇੱਕ ਉਹਦੇ ਨਾਲ ਰਹਿੰਦਾ ਹੈ। ਵੇਖੋ ਗੱਲ ਸਮਝ ਤੋਂ ਬਾਹਰ ਹੈ ਨਾ ਉਹਨਾਂ ਲੋਕਾਂ ਦੇ ਹਿਸਾਬ ਨਾਲ। ਮਰਦਾਨਾ ਕਦੀ ਕਿਸੇ ਕੰਮ ਸ਼ਹਿਰ ਜਾਵੇ ਤਾਂ ਲੋਕੀ ਉਸਨੂੰ ਕੁਰਾਹੀਏ ਦਾ ਡੂਮ ਜਾਂ ਮਰਾਸੀ ਆਖਿਆ ਕਰਨ। ਲੋਕਾਂ ਨੇ ਉਹਨੂੰ ਆਖਣਾ ਵੀ ਜਿਹੜਾ ਬੰਦਾ ਕੁਰਾਹੇ ਪੈ ਗਿਆ, ਜਿਹੜਾ ਰਾਹ ਤੋਂ ਖੁੰਝ ਜਾਵੇ ਨਾ, ਉਹਨੂੰ ਕਹਿੰਦੇ ਕੁਰਾਹੇ ਪੈ ਜਾਣਾ। ਤੇ ਲੋਕਾਂ ਨੇ ਆਖਣਾ ਵੀ ਇਹ ਕੁਰਾਹੇ ਪਿਆ ਏ ਨਾਨਕ, ਤੇ ਇਹ ਜਿਹੜਾ ਬੰਦਾ ਤੁਰਿਆ ਫਿਰਦਾ ਨਾ, ਜਦੋਂ ਮਰਦਾਨੇ ਨੇ ਕਿਤੇ ਬਾਹਰ ਜਾਣਾ ਉਹਨੂੰ ਕਹਿਣਾ ਕੁਰਾਹੀਏ ਦਾ ਡੂਮ, ਕੁਰਾਹੀਏ ਦਾ ਮਰਾਸੀ, ਜਿਹੜਾ ਆਪਣੇ ਰਾਹ ਤੋਂ ਭਟਕ ਗਿਆ, ਇਹ ਉਸ ਨਾਨਕ ਦਾ ਮਿਰਾਸੀ ਹੈ ਜਿਹੜਾ ਆਪ ਵੇਦੀ ਕੁੱਲ ਦਾ ਖੱਤਰੀ ਏ, ਬੈਠਾ ਇੱਕ ਸ਼ੂਦਰ ਦੇ ਘਰ ਏ ਤੇ ਸ਼ੂਦਰ ਦੇ ਹੱਥ ਦਾ ਪੱਕਿਆ ਹੀ ਖਾਣਾ ਵੀ ਖਾਂਦਾ ਹੈ। ਇਹ ਖੁਣਸ ਹੋਰ ਵੀ ਵਧੀ ਜਦੋਂ ਕਿ 2-4 ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ। 2-4 ਬ੍ਰਾਹਮਣ ਵੀ ਗੁਰੂ ਜੀ ਨੂੰ ਸਮਝਾਉਣ ਦੇ ਵਾਸਤੇ ਗਏ ਲਾਲੋ ਦੇ ਕੋਲ। ਉਸ ਘਰ ਦੇ ਅੰਦਰ ਵੀ ਤੂੰ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਕਿੱਥੇ ਬੈਠਾ ਇੱਕ ਸ਼ੂਦਰ ਦੇ ਘਰ, ਤੂੰ ਉੱਚੀ ਜਾਤ ਵਾਲਾ ਹੈ। ਪਰ ਉਹਨਾਂ ਨਾਲ ਵਾਕ ਕਰਕੇ ਨਿਰ ਉੱਤਰ ਹੋ ਕੇ ਮੁੜੇ। ਗੁਰੂ ਸਾਹਿਬ ਨਾਲ ਬਚਨ ਵਿਲਾਸ ਹੋਏ ਤੇ ਨਿਰ ਉੱਤਰ ਹੋ ਕੇ ਅੱਗੋਂ ਕੋਈ ਜਵਾਬ ਹੀ ਨਹੀਂ ਆਇਆ ਜਦੋਂ ਗੁਰੂ ਸਾਹਿਬ ਕਹਿ ਰਹੇ ਨੇ, ਬੋਲ ਰਹੇ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਪਰ ਕਈ ਹਿੰਦੂ ਮੁਸਲਮਾਨ ਕੀਰਤਨ ਤੇ ਬਚਨ ਸੁਣ ਕੇ ਸ਼ਰਧਾਵਾਨ ਵੀ ਹੋ ਗਏ। ਕਈਆਂ ਦੇ ਮਨ ਦੇ ਅੰਦਰ ਸ਼ਰਧਾ ਵੀ ਆ ਗਈ, ਕਈ ਪ੍ਰੇਮਾ ਭਗਤੀ ਦੇ ਅੰਦਰ ਵੀ ਭਿੱਜ ਗਏ ਗੁਰੂ ਸਾਹਿਬ ਦੇ ਬਚਨਾਂ ਨੂੰ ਜਦੋਂ ਸੁਣਦੇ ਨੇ, ਜਦੋਂ ਗੁਰੂ ਸਾਹਿਬ ਦਾ ਕੀਰਤਨ ਨੂੰ ਸੁਣਦੇ ਨੇ। ਇੱਥੇ ਗੁਰੂ ਜੀ ਨਾਨਕ ਤਪਾ ਕਰਕੇ ਪ੍ਰਸਿੱਧ ਹੋ ਗਏ। ਇੱਥੇ ਬਈ ਭਾਈ ਲਾਲੋ ਦੇ ਘਰ ਐਮਨਾਬਾਦ ਇਸ ਸੈਦਪੁਰ ਦੇ ਅੰਦਰ ਸਾਰਾ ਸ਼ਹਿਰ ਜਿਹੜਾ ਨਾ, ਸਾਰਾ ਇਲਾਕਾ ਗੁਰੂ ਸਾਹਿਬ ਨੂੰ ਨਾਨਕ ਤਪਾ ਕਹਿਣ ਲੱਗ ਪਿਆ। ਕਈ ਮੁਸਲਮਾਨ ਗੁਰੂ ਸਾਹਿਬ ਨੂੰ ਨਾਨਕ ਸ਼ਾਹ ਕਹਿ ਕੇ ਵੀ ਬੁਲਾਉਂਦੇ ਸਨ। ਮੁਸਲਮਾਨ ਕਿਉਂਕਿ ਮੁਸਲਮਾਨ ਨਾਮ ਦੇ ਨਾਲ ਸ਼ਾਹ ਲਾਉਂਦੇ ਨੇ, ਫਕੀਰ ਦੇ ਨਾਲ
इस करके मुसलमान जिहड़े ने वो गुरु साहब नूं नानक शाह कह के बुलाउण लग पए। भाव है कि गुरु साहब प्रसिद्ध हो गए उत्थे। इवें दूर नेड़े दे गिरावां दे लोकां दा आउणा, दूर नेड़े दे घरां दा घरां विच जिहड़े लोक सन वो आ रहे ने गुरु साहब दे कोल सतसंग करना ते सिੱਖਿਆ ਲੈ ਕੇ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ। ਲੋਕ ਆਉਣ ਲੱਗ ਪਏ, ਸਿੱਖਿਆ ਲੈ ਰਹੇ ਨੇ, ਸਤ ਸੰਗਤ ਹੋ ਰਹੀ ਹੈ, ਸਤ ਸੰਗਤ ਦੇ ਵਿੱਚ ਆ ਕੇ ਜੁੜਦੇ ਨੇ, ਉਹ ਸ਼ਰਧਾਵਾਨ ਬਣ ਰਹੇ ਨੇ। ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਹੁਣ ਲੋਕ ਦੂਰ ਨੇੜੇ ਦੇ ਆ ਰਹੇ ਨੇ, ਸਿੱਖਿਆ ਲੈ ਰਹੇ ਨੇ। ਹੁਣ ਜਿੰਨੇ ਵੀ ਬ੍ਰਾਹਮਣ ਨੇ, ਜਿੰਨੇ ਮੁਲਾਣੇ ਨੇ, ਮੁੱਲੇ ਨੇ, ਉਹਨਾਂ ਨੂੰ ਖੁਣਸ ਉੱਠੀ ਕਿ ਇਹ ਤਾਂ ਇੱਥੇ ਹੀ ਡੇਰਾ ਲਾ ਕੇ ਬਹਿ ਗਿਆ ਹੈ। ਜਿਹੜੇ ਧਰਮ ਦੇ ਆਗੂ ਬਣ ਕੇ ਬਹਿੰਦੇ ਨੇ ਨਾ, ਉਹਨਾਂ ਦੇ ਮਨ ਵਿੱਚ ਆਉਂਦਾ ਹੈ ਕਿ ਸਾਡੇ ਬਰਾਬਰ ਕੋਈ ਹੋਰ ਨਾ ਆ ਕੇ ਬੈਠ ਜਾਵੇ। ਉਹਨਾਂ ਦੇ ਅੰਦਰ ਖੁਣਸ ਇੱਕ ਉੱਠਦੀ ਏ। ਉਹ ਹੁਣ ਸੋਚ ਰਹੇ ਨੇ, ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਵੀ ਇਹ ਤੇ ਕਿਤੇ ਜਾਂਦਾ ਹੀ ਨਹੀਂ, ਤੇ ਇੱਥੇ ਹੀ ਬਹਿ ਗਿਆ ਆ ਕੇ। ਹੁਣ ਉਹਨਾਂ ਦੀਆਂ ਵਿਚਾਰਾਂ ਇਹ ਵੀ ਨੇ, ਲੋਕੀ ਸ਼ਰਧਾਵਾਨ ਹੋ ਰਹੇ ਨੇ ਤੇ ਸਾਡੇ ਵੱਲੋਂ ਲੋਕੀ ਕਿਤੇ ਉਪਰਾਮ ਨਾ ਹੋ ਜਾਣ, ਕਿਤੇ ਸਾਡੇ ਕੋਲ ਆਉਣਾ ਹੀ ਨਾ ਛੱਡ ਦੇਣ। ਬ੍ਰਾਹਮਣ ਵੀ ਸੋਚ ਰਹੇ ਨੇ, ਮੁੱਲੇ ਵੀ ਸੋਚ ਰਹੇ ਨੇ। ਉਹਨਾਂ ਕੀ ਕੀਤਾ, ਉਹਨਾਂ ਨੇ ਉਸ ਥਾਂ ਦੇ ਨਵਾਬ ਤੇ ਉਸ ਦੇ ਕਾਰਦਾਰ, ਉਹਦਾ ਕਾਰਦਾਰ ਸੀ ਮਲਕ ਭਾਗੋ ਖੱਤਰੀ, ਨੂੰ ਚੁਗਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਲਕ ਭਾਗੋ ਸੀ ਨਵਾਬ ਦਾ ਕਾਰਦਾਰ, ਉਹਨੂੰ ਨਾ ਚੁਗਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੀ ਕਹਿ ਰਹੇ ਨੇ ਜਾ ਕੇ, 2-4 ਵੇਰੀ ਸਤਿਗੁਰੂ ਜੀ ਨੂੰ ਉਠਾਉਣ ਲਈ ਚੋਰੀ ਛੁਪੀ ਆਦਮੀ ਵੀ ਉਹਨਾਂ ਨੇ ਘੱਲੇ, ਪਰ ਗੁਰੂ ਸਾਹਿਬ ਦੀ ਦਿव्य ਮੂਰਤੀ ਦੇ ਪ੍ਰਭਾਵ ਭਰੇ ਸਰੂਪ ਦੇ ਅੱਗੇ ਕਿਸੇ ਦਾ ਹਿਆ ਨਾ ਪਿਆ। ਬੇਅਦਬੀ ਦੇ ਵਾਕ ਤੱਕ ਵੀ ਉਚਾਰਨ ਦਾ ਉਹਨਾਂ ਦੇ ਮੂੰਹ ਚੋਂ ਕੋਈ ਮਾੜੇ ਬੋਲ ਵੀ ਨਹੀਂ ਨਿਕਲੇ। ਇਹਨਾਂ ਨੇ ਭੇਜੇ 2-4 ਵਾਰ ਵੀ ਲੋਕ ਕੁਝ ਭੇਜੀਏ ਚੱਕ ਕੇ ਗੁਰੂ ਸਾਹਿਬ ਨੂੰ ਸ਼ਹਿਰ ਤੋਂ ਬਾਹਰ ਛੱਡ ਆਉਣ, ਪਰ ਜਦੋਂ ਜਾ ਕੇ ਗੁਰੂ ਸਾਹਿਬ ਦੇ ਦੀਦਾਰ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਨਾ, ਜਦੋਂ ਜਾ ਕੇ ਇਹਨਾਂ ਹਿਆ ਹੀ ਨਹੀਂ ਪੈਂਦਾ। ਗੁਰੂ ਸਾਹਿਬ ਨੂੰ ਤੱਕ ਕੇ ਮੰਤਰ ਮੁਗਧ ਹੋ ਜਾਂਦੇ ਨੇ। ਮਾੜਾ ਬੋਲ ਬੋਲਣਾ ਤੇ ਕਹਿੰਦੇ ਬੜੀ ਦੂਰ ਦੀ ਗੱਲ ਹੈ। ਕਹਿੰਦੇ ਅੰਤ ਨੂੰ ਨਾ ਮਲਕ ਭਾਗੋ ਦੇ ਘਰ ਕੋਈ ਸਮਾਗਮ ਆ ਗਿਆ ਉਹਨਾਂ ਦਿਨਾਂ ਵਿੱਚ ਹੀ। ਉਹਨੇ ਸਾਰੇ ਸਾਧੂਆਂ ਬ੍ਰਾਹਮਣਾਂ ਦਾ ਭੋਜ ਕੀਤਾ, ਕਿਉਂਕਿ ਗੁਰੂ ਸਾਹਿਬ ਵੀ ਜਾਤ ਦੇ ਖੱਤਰੀ ਸੀ ਤੇ ਉਹਨੇ ਗੁਰੂ ਸਾਹਿਬ ਨੂੰ ਵੀ ਭੋਜ ਦੇ ਵਾਸਤੇ ਸੱਦਾ ਘੱਲਿਆ, ਨਿਉਤਾ ਘੱਲਿਆ। ਉਹਦੇ ਘਰ ਵਿੱਚ ਕੋਈ ਸਮਾਗਮ ਇਸ ਤਰ੍ਹਾਂ ਦਾ ਆ ਗਿਆ ਤੇ ਉਹਨੇ ਸਾਰੇ ਬ੍ਰਾਹਮਣ ਜਿੰਨੇ ਵੀ ਸਨ, ਕਿਉਂਕਿ ਆਪ ਵੀ ਖੱਤਰੀਏ ਉਹ ਮਲਕ ਭਾਗੋ, ਜਿੰਨੇ ਵੀ ਬ੍ਰਾਹਮਣ ਸਨ ਉਹਨੇ ਸਾਰੇ ਬ੍ਰਾਹਮਣਾਂ ਨੂੰ ਸੱਦਾ ਭੇਜਿਆ, ਖੱਤਰੀਆਂ ਨੂੰ ਸੱਦਾ ਭੇਜਿਆ। ਹੁਣ ਗੁਰੂ ਨਾਨਕ ਸਾਹਿਬ ਖੱਤਰੀ ਨੇ ਬੈਠੇ, ਭਾਵੇਂ ਲਾਲੋ ਦੇ ਘਰ ਨੇ, ਮਿਰਾਸੀ ਭਾਵੇਂ ਨਾਲ ਹੈ, ਇਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਾ ਭੇਜਿਆ ਕਿ ਆਓ ਤੇ ਸਾਡੇ ਘਰ ਆ ਕੇ ਜਿਹੜਾ ਹੈ ਉਹ ਪ੍ਰਸ਼ਾਦਾ ਛਕੋ। ਕਹਿੰਦੇ ਉਹ ਦਿਨ ਆ ਗਿਆ ਪਰ ਸਾਰੇ ਚਲੇ ਗਏ, ਪਰ ਇਸ ਬ੍ਰਹਮ ਭੋਜ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਹੀਂ ਗਏ, ਬਾਕੀ ਸਾਰੇ ਚਲੇ ਗਏ। ਹੁਣ ਜਿਹੜੇ ਬ੍ਰਾਹਮਣ ਸੀ ਉਹਨਾਂ ਨੂੰ ਮੌਕਾ ਮਿਲ ਗਿਆ, ਲੱਗੇ ਮਲਕ ਭਾਗੋ ਨੂੰ ਚੁੱਕਣ ਚਾਉਣ ਕਿ ਦੇਖੋ ਨਾਨਕ ਤਪਾ ਕਿੱਡਾ ਹੰਕਾਰੀ ਹੈ, ਤੁਹਾਡੇ ਬ੍ਰਹਮ ਭੋਜ ਤੇ ਨਿਉਤੇ ਤੇ ਜਾਣੇ ਤੇ ਵੀ ਨਹੀਂ ਆਇਆ। ਤੁਸੀਂ ਨਿਉਤਾ ਭੇਜਿਆ, ਤੁਸੀਂ ਉਹਨੂੰ ਸੱਦਾ ਭੇਜਿਆ, ਕਿੱਡਾ ਹੰਕਾਰੀ ਹੈ ਨਾਨਕ। ਹੁਣ ਬ੍ਰਾਹਮਣਾਂ ਨੂੰ ਇੱਕ ਮੌਕਾ ਮਿਲ ਗਿਆ, ਕਿੱਡਾ ਹੰਕਾਰੀ ਹੈ ਕਿ ਤੁਸੀਂ ਵਾਰ-ਵਾਰ ਉਹਨੂੰ ਸੁਨੇਹਾ ਭੇਜ ਰਹੇ ਹੋ, ਵਾਰ-ਵਾਰ ਉਹਨੂੰ ਬੁਲਾ ਰਹੇ ਹੋ, ਪਰ ਉਹ ਆ ਨਹੀਂ ਰਿਹਾ। ਸ਼ੂਦਰ ਦੇ ਘਰ ਬੈਠਾ ਏ, ਸ਼ੂਦਰ ਦੇ ਘਰ ਖਾਂਦਾ ਏ, ਤੇ ਵੇਖ ਲਓ ਖੱਤਰੀ ਤੇ ਬ੍ਰਾਹਮਣਾਂ ਦਾ ਨਿਉਤਾ, ਖੱਤਰੀ ਤੇ ਬ੍ਰਾਹਮਣਾਂ ਦਾ ਸੱਦਾ ਜਿਹੜਾ ਹੈ ਉਹ ਨਹੀਂ ਮੰਨਦਾ। ਕਿੱਡਾ ਹੰਕਾਰੀ ਹੈ ਤੇ ਕੁਰੀਤੀ ਦਾ ਪ੍ਰਚਾਰ ਕਰ ਰਿਹਾ ਹੈ। ਹੁਣ ਜਦੋਂ ਮਲਕ ਭਾਗੋ ਨੂੰ ਚੱਕਿਆ ਗਿਆ, ਮਲਕ ਭਾਗੋ ਸੁਭਾਵਿਕ ਜੀ ਗੱਲ ਹੈ, ਤੁਸੀਂ ਕਿਸੇ ਨੂੰ ਵਾਰ-ਵਾਰ ਇੱਕੋ ਗੱਲ ਕਹੀ ਜਾਓਗੇ ਤੇ ਉਹ ਮੰਨੇਗਾ ਹੀ। ਉਹ ਗੁੱਸੇ ਵਿੱਚ ਆ ਗਿਆ ਮਲਕ ਭਾਗੋ। ਭਾਗੋ ਨੇ ਜਦ ਮਲਕ ਭਾਗੋ ਨੇ ਜਦ ਤਸੱਲੀ ਕਰ ਲਈ ਕਿ ਨਿਉਤਾ ਤੇ ਗਿਆ ਸੀ, ਸੱਦਾ ਗਿਆ ਸੀ, ਤੇ ਨਾਨਕ ਸੱਦਾ ਮਿਲਣ ਤੋਂ ਬਾਅਦ ਵੀ ਨਹੀਂ ਆਇਆ, ਤੇ ਭਰੇ ਪੀਤੇ ਨੇ ਗੁਰੂ ਜੀ ਨੂੰ ਸਦਵਾ ਘੱਲਿਆ ਦੁਬਾਰਾ।
ਹੁਣ ਵੀ ਆਖਦੇ ਨੇ ਇੱਕੋ ਬ੍ਰਾਹਮਣ, ਹੁਣ ਵੀ ਇੱਕ ਬ੍ਰਾਹਮਣ ਹੀ ਸੱਦਣ ਵਾਸਤੇ ਗਿਆ, ਇੱਕ ਬ੍ਰਾਹਮਣ ਨੂੰ ਭੇਜਿਆ ਵੀ ਜਾ ਤੂੰ ਜਾ, ਤੂੰ ਸੱਦ ਕੇ ਲਿਆ ਉਹਨੂੰ। ਪਰ ਸ਼੍ਰੀ ਗੁਰੂ ਜੀ ਨੇ ਉਹਦਾ ਸੰਦੇਸ਼ ਸੁਣ ਕੇ ਕਿਹਾ ਕਿ ਅਸੀਂ ਫਕੀਰ ਲੋਕ ਹਾਂ ਤੇ ਸਾਡਾ ਪਾਤਸ਼ਾਹਾਂ ਦੇ ਨਾਲ ਕੀ ਕੰਮ ਹੈ, ਅਸੀਂ ਤਾਂ ਫਕੀਰ ਬੰਦੇ ਹਾਂ, ਅਸੀਂ ਮਲਕ ਭਾਗੋ ਤੋਂ ਕੀ ਲੈਣਾ, ਮਲਕ ਭਾਗੋ ਦੇ ਘਰ ਜਾ ਕੇ ਅਸੀਂ ਕੀ ਕਰਨਾ। ਕਹਿੰਦੇ ਗੱਲ ਸੁਣੀ ਤੇ ਬ੍ਰਾਹਮਣ ਨੇ ਹੋਰ ਜਾ ਮਲਕ ਨੂੰ ਸਿੱਖਿਆ ਕਿ ਦੇਖੋ ਹੁਣ ਵੀ ਆਕੜ ਵਿੱਚ ਹੈ, ਤੁਹਾਡੇ ਸੱਦੇ ਤੇ ਹੁਣ ਵੀ ਨਹੀਂ ਆਇਆ, ਤੁਸੀਂ ਪਹਿਲੋਂ ਵੀ ਸੱਦਾ ਭੇਜਿਆ, ਹੁਣ ਫਿਰ ਤੁਸੀਂ ਇੱਕ ਬ੍ਰਾਹਮਣ ਨੂੰ ਸੱਦੇ ਤੇ ਭੇਜਿਆ ਹੈ, ਤੇ ਕਿੰਨੀ ਆਕੜ ਉਹਦੇ ਅੰਦਰ, ਹੁਣ ਵੀ ਨਹੀਂ ਆਇਆ। ਮੈਂ ਬੜਾ ਸਮਝਾਇਆ, ਉਹ ਬ੍ਰਾਹਮਣ ਕਹਿੰਦਾ ਮੈਂ ਬੜਾ ਸਮਝਾਇਆ, ਅੱਗੋਂ ਕਹਿੰਦਾ ਹੈ ਕਿ ਸਾਨੂੰ ਮਲਕ ਨਾਲ ਕੋਈ ਕੰਮ ਹੀ ਨਹੀਂ ਹੈ। ਇੱਧਰ ਜਦੋਂ ਇਹ ਬ੍ਰਾਹਮਣ ਕਹਿਣ ਆਇਆ ਸੀ ਨਾ, ਇੱਧਰ ਗੁਰੂ ਸਾਹਿਬ ਇਹਦੇ ਨਾਲ ਗੱਲਬਾਤ ਕਰਕੇ ਤੇ ਆਪ ਮੇਰੇ ਪਾਤਸ਼ਾਹ ਜੰਗਲ ਵੱਲ ਨੂੰ ਚਲੇ ਗਏ, ਬਾਹਰ ਨੂੰ, ਭਾਵ ਸ਼ਹਿਰੋਂ ਬਾਹਰ ਨੂੰ ਚਲੇ ਗਏ। ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਭਾਈ ਲਾਲੋ ਦੇ ਘਰ ਥੋੜੇ ਜਿਹੇ ਪਿਆਰ ਵਾਲੇ ਸੱਜਣਾ ਦਾ ਇੱਕ ਇਕੱਠ ਹੋਇਆ ਕਿ ਇਹ ਗੱਲ ਭਲੀ ਨਾ ਹੋਈ ਜੋ ਸਤਿਗੁਰੂ ਜੀ ਨਾਲ ਹਾਕਮਾਂ ਦੀ ਛਿੜ ਪਈ ਹੈ, ਕਿ ਹਾਕਮ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਵਿਰੁੱਧ ਹੋ ਗਏ ਨੇ, ਵੀ ਇਹ ਗੱਲ ਕਹਿੰਦੇ ਚੰਗੀ ਨਹੀਂ ਲੱਗਦੀ, ਇਹ ਗੱਲ ਚੰਗੀ ਨਹੀਂ ਲੱਗ ਰਹੀ ਵੀ ਇਹ ਵਿਰੁੱਧ ਹੋ ਗਏ ਨੇ ਗੁਰੂ ਸਾਹਿਬ ਦੇ। ਇਹ ਲੋਕ ਅੰਨੇ ਹੁੰਦੇ ਨੇ, ਹਾਕਮ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ ਭਾਈ ਲਾਲੋ ਦੇ ਘਰ, ਹਾਕਮ ਲੋਕ ਅੰਨੇ ਹੁੰਦੇ ਨੇ, ਰੱਬੀ ਰੰਗ ਦੀ ਸੋਝੀ ਤੋਂ ਕੋਰੇ ਰਜ਼ਾਮੰਦ ਵਿੱਚ ਮਸਤ ਇਹ ਅਕਾਰਨ ਜ਼ੁਲਮ ਕਰ ਦਿੰਦੇ ਨੇ, ਬਿਨਾਂ ਗੱਲ ਤੋਂ ਹੀ ਜ਼ੁਲਮ ਵਾਲੇ ਪਾਸੇ ਨੂੰ ਆ ਜਾਂਦੇ ਨੇ। ਕਿਤੇ ਮਲਕ ਭਾਗੋ ਇਸ ਨੂਰ ਇਲਾਹੀ ਤੇ ਰੱਬੀ ਜੋਤ ਨੂੰ ਕੋਈ ਤਸੀਹਾ ਨਾ ਦੇ ਦੇਵੇ। ਜਿਹੜੇ ਪਿਆਰ ਵਾਲੇ ਸਤ ਸੰਗੀ ਬੈਠੇ ਨੇ ਲਾਲੋ ਦੇ ਘਰ, ਕਿਤੇ ਮਲਕ ਭਾਗੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕੋਈ ਤਸੀਹ ਨਾ ਦੇਣ ਲੱਗ ਪਵੇ, ਆਪਸ ਵਿੱਚ ਵਿਚਾਰਾਂ ਕਰ ਰਹੇ ਨੇ। ਇਹਨਾਂ ਸੋਚਾਂ ਵਿੱਚ ਨਿੱਕੇ ਨਿੱਕੇ ਨਵੇਂ ਜਾਗੇ ਦਿਲਾਂ ਵਿੱਚੋਂ ਪਿਆਰ ਦੀ ਡੂੰਘੀ ਚਰਨਾਹਟ ਛਿੜੀ, ਜਿਹੜੇ ਅਜੇ ਜਾਗੇ ਹੀ ਨੇ, ਦਿਲ ਮਨ ਜਾਗੇ ਹੀ ਨੇ। ਕੋਈ ਇੱਕੋ ਭਾਉ ਸੋਚੋ, ਕੋਈ ਇੱਕੋ ਭਾਉ ਸੋਚੇ, ਕੋਈ ਕੁਝ ਕਵੇ, ਕੋਈ ਕੁਝ ਕਵੇ, ਪਰ ਨੇਪਰੇ ਕੋਈ ਨਾ ਚੜ੍ਹਦਾ ਦਿਸੇ। ਸ਼ਾਮ ਨੂੰ ਜਦ ਗੁਰੂ ਜੀ ਘਰ ਆਏ ਤਾਂ ਗੱਲਬਾਤ ਸੁਣੀਏ, ਜੋ ਗੱਲਾਂ ਬਾਤਾਂ ਹੋਈਆਂ ਤਾਂ ਬੋਲੇ ਤੁਸੀਂ ਕੋਈ ਫਿਕਰ ਨਾ ਕਰੋ, ਉਹ ਨਿਰੰਕਾਰ ਜਿਸ ਦੇ ਅਸੀਂ ਹਾਂ ਆਪੇ ਸਭ ਕੁਝ ਕਰੇਗਾ। ਦੇਖੋ ਪਰਮਾਤਮਾ ਤੇ ਕਿੰਨਾ ਭਰੋਸਾ ਸੀ ਗੁਰੂ ਨਾਨਕ ਸਾਹਿਬ ਨੂੰ। ਕਹਿੰਦੇ ਉਹ ਜਿਹੜਾ ਨਿਰੰਕਾਰ ਹੈ, ਜਿਹੜਾ ਪਰਮਾਤਮਾ ਹੈ, ਉਹਦੇ ਤੇ ਸਾਨੂੰ ਭਰੋਸਾ ਹੈ, ਤੇ ਸਾਨੂੰ ਵੀ ਪਤਾ ਹੈ ਵੀ ਜੋ ਕਰੇਗਾ ਉਹ ਭਲਾਈ ਕਰੇਗਾ, ਜੋ ਉਹ ਕਰੇਗਾ ਉਹ ਚੰਗਾ ਹੀ ਕਰੇਗਾ, ਤੁਸੀਂ ਫਿਕਰ ਨਾ ਕਰੋ। ਤੁਸੀਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਨਾਮ ਜਪੋ ਤੇ ਨਿਰਭਉ ਦੇ ਰੰਗ ਵਿੱਚ ਰਤੇ ਰਹੋ। ਤੁਸੀਂ ਪ੍ਰਮਾਤਮਾ ਦਾ ਨਾਮ ਜਪੋ ਤੇ ਉਸ ਨਿਰਭਉ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਰਹੋ। ਇਸ ਤਰ੍ਹਾਂ ਦੇ ਵਾਕ ਆਖਦੇ ਸਨ ਤੇ ਨੂਰਾਨੀ ਚਿਹਰਾ ਸਤਿਗੁਰਾਂ ਦਾ ਦਮਕਦਾ ਸੀ। ਉਧਰ ਨਿਰਾਸ਼ ਦਿਲਾਂ ਵਿੱਚ ਭਰੋਸਾ ਵੱਜਦਾ ਸੀ। ਜਿਹੜੇ ਦਿਲ ਉਦਾਸ ਹੁੰਦੇ ਸਨ, ਨਿਰਾਸ਼ਤਾ ਵਿੱਚ ਆਉਂਦੇ ਸਨ, ਉਹਨਾਂ ਦੇ ਵਿੱਚ ਭਰੋਸਾ ਹੁੰਦਾ ਸੀ ਜਦੋਂ ਗੁਰੂ ਸਾਹਿਬ ਇਹੋ ਜਿਹੇ ਬੋਲ ਕਰਦੇ ਸਨ ਕਿ ਪ੍ਰਮਾਤਮਾ ਨੂੰ ਸਭ ਪਤਾ ਹੈ, ਉਹ ਆਪੇ ਭਲਾ ਕਰੇਗਾ। ਕਹਿੰਦੇ ਉਹ ਦਿਨ ਗਿਆ, ਅਗਲੇ ਦਿਨ ਮਲਕ ਭਾਗੋ ਦੇ ਘੱਲੇ ਹੋਏ 5 ਸਰਕਾਰੀ ਆਦਮੀ ਆਏ। ਭਾਈ ਲਾਲੋ ਦੇ ਘਰ ਜਿੱਥੇ ਗੁਰੂ ਨਾਨਕ ਸਾਹਿਬ ਨੇ 5 ਸਰਕਾਰੀ ਆਦਮੀ ਆਏ ਕਿ ਕਾਰਦਾਰ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਆਪ ਉਹਨਾਂ ਪਾਸ ਕਚਹਿਰੀ ਵਿੱਚ ਹਾਜ਼ਰ ਹੋ। ਪਹਿਲਾਂ ਪ੍ਰਸ਼ਾਦੇ ਵਾਸਤੇ ਬੁਲਾਉਣ ਆ ਰਹੇ ਸਨ, ਹੁਣ ਕਚਹਿਰੀ ਵਿੱਚ ਬੁਲਾ ਰਹੇ ਨੇ। 5 ਸਰਕਾਰੀ ਬੰਦੇ ਆਏ ਕਿ ਆਪ ਕਚਹਿਰੀ ਵਿੱਚ ਹਾਜ਼ਰ ਹੋ, ਤੇ ਜੇ ਨਾ ਕਰੋਗੇ ਤਾਂ ਅਸੀਂ ਮੱਲੋ ਮੱਲੀ ਅਸੀਂ ਜ਼ੋਰ ਨਾਲ ਲੈ ਚੱਲਣ ਲਈ ਆਖੇ ਗਏ। ਸਾਨੂੰ ਆਖਿਆ ਗਿਆ ਹੈ ਕਿ ਜੇ ਨਾਨਕ ਤਪਾ ਆਪਣੇ ਆਪ ਆ ਜਾਏਗਾ ਤੇ ਭਲੀ ਗੱਲ ਹੈ, ਤੇ ਜੇ ਨਾਨਕ ਤਪਾ ਆਪਣੇ ਆਪ ਨਹੀਂ ਆਏਗਾ ਤਾਂ ਉਹਨੂੰ ਮੱਲੋ ਜ਼ੋਰੀ ਜਿਹੜਾ ਉਹ ਲੈ ਕੇ ਆਉਣਾ, ਜ਼ੋਰ ਨਾਲ ਲੈ ਕੇ ਆਉਣਾ। ਸ਼੍ਰੀ ਗੁਰੂ ਜੀ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਚੰਗਾ ਭਾਈ ਅਸੀਂ ਚੱਲਦੇ ਹਾਂ। ਜੋ ਸਾਈਂ ਨੇ ਇਉਂ ਹੀ ਆਪਣਾ ਕੰਮ ਸਾਰਨਾ ਹੈ ਤੇ ਐਵੇਂ ਹੀ ਸੀ। ਗੱਲ ਫਿਰ ਵੇਖ ਲਓ ਪ੍ਰਮਾਤਮਾ ਦੇ ਰੱਖੀ ਕਿ ਜੇ ਪ੍ਰਮਾਤਮਾ ਦਾ ਕਾਰਜ ਜਿਹੜਾ ਹੈ, ਪ੍ਰਮਾਤਮਾ ਦਾ ਕੰਮ ਐਵੇਂ ਰਾਸ ਹੋਣਾ ਹੈ ਤੇ ਕਿੰਨੇ ਪ੍ਰੇਮ ਹੀ ਸੀ। ਇਹ ਕਹਿ ਕੇ ਸਹਿਜੇ ਸਹਿਜੇ ਮੇਰੇ ਪਾਤਸ਼ਾਹ ਚੱਲ ਪਏ। ਪ੍ਰੇਮ ਡੋਰ ਦਾ ਬੱਧਿਆ ਲਾਲੋ ਵੀ ਪਿੱਛੇ ਪਿੱਛੇ ਟੁਰ ਪਿਆ। ਹੋਰ ਵੀ 2-4 ਵਾਲੇ ਜਿਹੜੇ ਦੋ ਚਾਰ ਪਿਆਰ ਵਾਲੇ ਸੱਜਣ ਸਨ ਨਾ,
सत संगी सन, जदों उन्हां नूं पता लगा ते कहंदे वो भी कचहरी वाले पासे नूं तुर पए। सुणियो, गुरु साहब चल पे, 5 सरकारी बंदे ने नाल, गुरु साहब चल पे, पिछे पिछे भाई लालों भी चल पिया, होर सत संगी प्यार वाले सन वो भी पिछे पिछे चल पे। पर बहुते लोग वो सन जिहड़े तमाशबीन सन, जिहड़े तमाशा वेखण वास्ते आए सन। अगे कहंदे सभा लगी हुई सी, मलक भागो बैठा सी अगे। वाहिगुरू वाहिगुरू वाहिगुरू। हाँ जी, सोचा स्क्रीन शेयर जी बदल जाए, क्योंकि कुछ अगे प्रसंग आना है। हुण कहंदे अगे मलक भागो बैठा सी, श्री गुरु जी नूं अंदर लै गए उत्थे कचहरी विच। मेरे पातशाह जी जिवें अंदर गए सन उसे तरह ही चुप खड़े रहे, चुप होके खड़े हो गए। मलक भागो ने तक के जो देखिया ना गुरु नानक साहब सच्चे पातशाह दे वल, मलक भागो ने ਉਹਦੇ ਸਰੀਰ ਨੂੰ ਇੱਕ ਪਤਲਾ ਜਿਹਾ ਕਾਂਬਾ ਛਿੜਿਆ, ਕੰਬਿਆ ਉਹਦਾ ਸਰੀਰ। ਕੁਝ ਕਹਿਣ ਲੱਗਾ ਤੇ ਜੀਭ ਰੁਕ ਗਈ, ਬੋਲਿਆ ਨਾ ਗਿਆ। ਕੁਝ ਕਹਿਣ ਲੱਗਾ ਗੁਰੂ ਸਾਹਿਬ ਨੂੰ, ਪਰ ਜੀਭ ਰੁਕ ਗਈ। ਤਦ ਗੁਰੂ ਜੀ ਬੋਲੇ, ਮਲਕ ਭਾਗੋ ਕਿਸ ਕਾਜ ਸਦਵਾਇਆ ਹੈ, ਸਾਨੂੰ ਕਿਹਦੇ ਲਈ ਸੱਦਿਆ ਹੈ, ਫਕੀਰਾਂ ਨਾਲ ਕੀ ਕੰਮ ਹੈ ਤੇਰਾ। ਤੇ ਮਲਕ ਭਾਗੋ ਨੇ ਥਥਲਾ ਕੇ, ਹੁਣ ਪੂਰੀ ਤਰ੍ਹਾਂ ਬੋਲਿਆ ਨਹੀਂ ਜਾਂਦਾ, ਥਥਲਾ ਕੇ ਕਿਹਾ, ਆਪ ਨੂੰ ਸਾਧੂ ਜਾਣ ਕੇ ਬ੍ਰਹਮ ਭੋਜ ਤੇ ਬੁਲਾਇਆ ਸੀ। ਸਾਡੇ ਬ੍ਰਹਮ ਭੋਜ ਵਿੱਚ ਕੀ ਦੋਸ਼ ਸੀ ਕਿ ਤੁਸੀਂ ਨਹੀਂ ਆਏ, ਇਹਨੇ ਪੁੱਛਿਆ ਗੁਰੂ ਸਾਹਿਬ। ਅੱਗੋਂ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਅਸੀਂ ਫਕੀਰ ਹਾਂ ਮਲਕ ਭਾਗੋ, ਸਾਈਂ ਜਿੱਥੇ ਜਿਹੀ ਦਿੰਦਾ ਹੈ ਅਸੀਂ ਖਾ ਲੈਂਦੇ ਹਾਂ, ਸਾਨੂੰ ਰਾਜ ਭੋਗ ਨਾਲ ਕੋਈ ਮਤਲਬ ਨਹੀਂ, ਕਿੱਥੇ ਚੰਗਾ ਮਿਲਦਾ ਹੈ ਉਹਦੇ ਨਾਲ ਕੁਝ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਫਕੀਰ ਹਾਂ, ਜਿੱਥੇ ਰੱਬ ਦਿੰਦਾ ਉੱਥੇ ਖਾ ਲੈਂਦੇ ਹਾਂ। ਮਲਕ ਭਾਗੋ ਨੇ ਫਿਰ ਅੱਗੋਂ ਪੁੱਛਿਆ, ਕਹਿੰਦਾ ਫਿਰ ਦੱਸੋ ਮੇਰੇ ਘਰ ਦੇ ਖਾਣੇ ਵਿੱਚ ਕੀ ਦੋਸ਼ ਹੈ। ਮੇਰੇ ਬਾਦਸ਼ਾਹ ਨੇ ਅੱਗੋਂ ਬੜੇ ਕਮਾਲ ਦਾ ਉੱਤਰ ਦਿੱਤਾ, ਕਹਿੰਦੇ ਮਲਕ ਭਾਗੋ ਤੇਰੇ ਘਰ ਅਨੇਕਾਂ ਆ ਕੇ ਖਾ ਗਏ, ਇੱਕ ਨਾ ਖਾ ਗਿਆ ਤੇ ਫਿਰ ਕੀ ਹੋ ਗਿਆ, ਜੇ ਮੈਂ ਇਕੱਲਾ ਨਹੀਂ ਖਾ ਕੇ ਗਿਆ ਤੇ ਫਿਰ ਕੀ ਹੋ ਗਿਆ। ਮਲਕ ਭਾਗੋ ਨੇ ਆਖਿਆ, ਜਦ ਸਾਰੇ ਬ੍ਰਾਹਮਣ ਖੱਤਰੀ ਸਾਧੂ ਮਹਾਤਮਾ ਖਾਣ ਤੇ ਸਾਰੇ ਆ ਜਾਣ ਤੇ ਇੱਕ ਸਾਧੂ ਆਕੜੇ ਤੇ ਕਹੇ ਮੈਂ ਨਹੀਂ ਖਾਂਦਾ, ਵੀ ਗੱਲ ਮਾੜੀ ਹੈ। ਮਲਕ ਭਾਗੋ ਗੁਰੂ ਸਾਹਿਬ ਨੇ ਆਖਿਆ ਜੇ ਸਾਰੇ ਖਾ ਗਏ, ਇੱਕ ਨਾ ਖਾ ਗਿਆ ਤੇ ਕਿੱਡੀ ਗੱਲ ਹੈ। ਕਹਿੰਦਾ ਨਹੀਂ, ਸਾਰੇ ਸਾਧੂ ਸਾਰੇ ਬ੍ਰਾਹਮਣ ਆਏ ਖਾ ਕੇ ਗਏ, ਪਰ ਇੱਕ ਸਾਧੂ ਜੀ ਆਕੜ ਜਾਵੇ ਕਿ ਮੈਂ ਆਉਣਾ ਹੀ ਨਹੀਂ, ਮੈਂ ਖਾਣਾ ਹੀ ਨਹੀਂ, ਤੇ ਫਿਰ ਗੁਰੂ ਸਾਹਿਬ ਨੇ ਅੱਗੋਂ ਆਖਿਆ, ਕਹਿੰਦੇ ਮਲਕ ਭਾਗੋ ਫਕੀਰ ਕਿਸੇ ਦੇ ਅਪਮਾਨ ਵਿੱਚ ਨਹੀਂ ਹੁੰਦਾ, ਦਾਨੀ ਦਾਨ ਕਰਦਾ ਹੈ, ਕਰੇ ਉਹਨੂੰ ਥੋੜਾ ਕੋਈ ਰੋਕਦਾ ਹੈ, ਪਰ ਲੈਣ ਵਾਲਾ ਲਵੇ ਨਾ ਲਵੇ ਉਹਦੀ ਮਰਜ਼ੀ। ਇੱਕ ਬੰਦਾ ਦਾਨ ਕਰ ਰਿਹਾ ਹੈ, ਭਲੀ ਗੱਲ ਹੈ, ਚੰਗੀ ਗੱਲ ਹੈ, ਪਰ ਦਾਨ ਲੈਣ ਵਾਲੇ ਦੀ ਮਰਜ਼ੀ ਵੀ ਉਹ ਲਵੇ ਜਾਂ ਨਾ ਲਵੇ, ਇਹਦੇ ਵਿੱਚ ਦੰਡ ਯੋਗ ਕਿਉਂ ਦੰਡ ਕਿਸ ਗੱਲ ਦਾ ਦੰਡ। ਮਲਕ ਭਾਗੋ ਚੁੱਪ ਹੋ ਗਿਆ, ਫਿਰ ਗੁੱਸੇ ਵਿੱਚ ਆਇਆ ਤੇ ਕਹਿਣ ਲੱਗਾ, ਹੁਣ ਉਹ ਗੱਲ ਬਣੀ ਨਹੀਂ ਜਦੋਂ ਗੁਰੂ ਸਾਹਿਬ ਕਹਿੰਦੇ ਵੀ ਤੂੰ ਦਾਨ ਕਰ ਰਿਹਾ ਠੀਕ ਹੈ, ਲੈਣ ਵਾਲਾ ਲਵੇ ਜਾਂ ਨਾ ਲਵੇ। ਹੁਣ ਦੂਜੇ ਪਾਸੇ ਆ ਗਿਆ, ਕਹਿੰਦਾ ਤੂੰ ਖੱਤਰੀ ਹੋ ਕੇ ਵੇਦੀ ਹੋ ਕੇ ਸ਼ੂਦਰਾਂ ਦੇ ਘਰ ਖਾਵੇ, ਦੂਮਾ ਮਰਾਸੀਆਂ ਨੂੰ ਮਰਦਾਨੇ ਨੂੰ ਆਪਣੇ ਕੋਲ ਬਿਠਾਵੇ। ਇਹਦੇ ਨਾਨਕ ਉੱਚੀ ਜਾਤੀ ਨਿਰਧਨਾਂ ਦੀ ਸ਼ੂਦਰਾਂ ਨਾਲ ਇੱਕ ਪੰਗਤ ਲਵਾ ਕੇ ਖਵਾਵੇ ਤੇ ਧਰਮ ਦੀ ਰਹੁ ਰੀਤ ਤੋੜੇ ਤੇ ਉੱਚੀ ਜਾਤੀ ਖੱਤਰੀਆਂ ਦੇ ਘਰ ਨਿਆਉਤਿਆਂ ਤੇ ਵੀ ਨਾ ਆਵੇ, ਇਹ ਕੀ ਫਕੀਰੀ ਹੈ। ਜੋ ਧਰਮ ਵਿੱਚ ਉਹਨੂੰ ਸਿਖਾਇਆ ਗਿਆ ਉਹਦੇ ਅਨੁਸਾਰ ਬੋਲ ਰਿਹਾ ਮਲਕ ਭਾਗੋ। ਕਹਿੰਦਾ ਨਾਨਕ ਤੂੰ ਖੱਤਰੀ ਹੋ ਕੇ ਵੇਦੀ ਏ, ਤੂੰ ਸ਼ੂਦਰਾਂ ਦੇ ਘਰੇ ਰਹਿ ਰਿਹਾ ਏ, ਤੂੰ ਮਰਾਸੀਆਂ ਨੂੰ ਕੋਲ ਰੱਖ ਰਿਹਾ ਏ, ਉੱਚੀ ਜਾਤ ਵਾਲੇ ਜਿੰਨੇ ਵੀ ਨੇ, ਦੂਜੇ ਜਿਹੜੇ ਨਿਰਧਨ ਨੇ, ਤੂੰ ਸਾਰਿਆਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਪ੍ਰਸ਼ਾਦਾ ਛਕਾਉਣਾ ਹੈ, ਪੰਗਤ ਲਵਾਉਣਾ। ਇਹ ਗੱਲ ਨਹੀਂ ਨਾ ਬਣਦੀ। ਤੂੰ ਉਹਨਾਂ ਦੇ ਘਰ ਬੈਠਾ ਖਾ ਰਿਹਾ ਹੈ ਤੇ ਉੱਚੀ ਜਾਤੀ ਵਾਲੇ ਦੇ ਘਰ ਤੈਨੂੰ ਸੱਦੇ ਤੇ ਵੀ ਨਹੀਂ ਤੂੰ ਆਉਂਦਾ, ਇਹ ਗੱਲ ਗਲਤ ਹੈ। ਉਹ ਹੁੰਦਾ ਇਹ ਕਾਹਦੀ ਫਕੀਰੀ ਹੈ। ਜਦੋਂ ਇਹ ਗੱਲ ਸੁਣੀ ਨਾ, ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਚੰਗਾ ਫਿਰ ਮਲਕ ਭਾਗੋ ਇੱਕ ਕੂੜਾ ਆਪਣੇ ਬ੍ਰਹਮ ਭੋਜ ਦਾ ਮੰਗਵਾਓ। ਗੁਰੂ ਸਾਹਿਬ ਕਹਿੰਦੇ ਵੀ ਰੋਟੀ ਮੰਗਾ ਆਪਣੇ ਬ੍ਰਹਮ ਭੋਜ ਦੀ।
उधर एक आदमी कूड़ा लैन चला गया। इधर पातशाह ने लालू नूं कहा, तू भी अपना सुक्का टुक्कर कोधरे दा लाया, जिहड़ी तू रोटी सुक्की बनाउणा है ना, वो भी तू अपने घरों जाके लाया। वो ब्रह्म भोज का कूड़ा लैन चला गया। भाई लालू गुरु साहब का हुक्म मन के हाथ जोड़ के सिर झुका के ते अपनी कोधरे की सुक्की रोटी लैन चला गया। दोवें आ गए। कहते उस वे गुरु साहब ने एक हाथ विच मलक भागो का पूरा फड़ लिया ते एक हाथ विच कोधरे का टुक्का। बाहां लंबियां करके दोवां नूं घुटिया, नप्पिया जोर नाल, तां पूरे विचों लहू दे टेपे डिगने शुरू होए ते कोधरे दे विचों दुध दे गए। गुरु जी चुप ते अहिल इसे तरह खड़े रहे ते लालू ते सारे लोग तकते रहे। भागो मलक भागो अचंभा रह गया ते शर्म आई, गुस्सा आया, खिज चढ़ी, पर फिर चेहरा फिक्का पै गया मलक भागो का भी ये कि मेरे नाल बन गया। उस वेले गुरु जी कह रहे किक्कर दे बीज नूं कंडे नहीं हुंदे। गुरु साहब को उपदेश किड्डे कमाल दा दे रहे ने। मलक भागो कहते किक्कर दे बीज नूं कदे कंडे नहीं हुंदे, पर जदों बीज देने हैं ना, किक्कर दा बूटा उग पवे ते कंडे सूना आपे निकल पैंदे। उदाहरण कितनी वधिया है। किक्कर दे बीज, किक्कर दा बीज जिहड़ा हुंदा ना, ਉਹਨੂੰ कंडे नहीं हुंदे। बीज जो किक्कर बीजते ने बूटा बनता है, रुख बनता है, तो वो कंडे अपने आप सूलों बाहर निकल लग पैंदियां। कहते अधर्म का इकट्ठा किया पैसा ते उस तो बने पदार्थ किवें भी दुखदाई नहीं पा सकते। देखो जब निर्मल हिरदियां वाले खाते ने ना तो पीड़ भुले ने। बादशाह कहते वो लगता नहीं कि धर्म के इकट्ठे किए पैसे दुखदाई लगते नहीं गए, पर जो निर्मल हिरदियां वाले खाते ने तो पीड़ भुले ने, धर्म के कंडे चुभते ने। उन्होंने किसका जी करता है कि माल कूड़े की खीर ना खावे ते कोधरा खावे, पर किसका जिसनों खबर है जी करता है कि खंड विच लपेटिया लोहा खावे। क्योंकि जिन्हों पता है कि खंड दे विच जहर पाई हुई है, मैं कहां भी खंड मिठी है खा लवां, सच्चे पातशाह कहंदे ये गल नहीं बनदी। जाणदिया होया भी भावें खंड विच जहर है, बंदा कदे भी खाएगा नहीं। ऐश्वर्य प्रताप हुक्म पदार्थ धन धाम जे धर्म की कमाई नहीं तो किसी भी काम दे नहीं। धन दौलत है, सब कुछ है, जे धर्म की कमाई नहीं तो किसी काम की नहीं। कहते गरीबी कंगालताई मंडल दी है कि कोधरे दी, पर जे ही है हक हलाल दी है तो मन शांत ते अचिंत है। लालू दी भावें रोटी कोधरे दी है, सुक्की है, पर ਉਹਦੇ अंदर हक की कमाई, ਉਹਦੇ अंदर धर्म की किरत, दसां नौवां की कमाई है। वो रोटी खांदिया मन शांत ते अचिंत बिना चिंता तो। यही मन जे शुक्र विच है ते जाग्या मन है, दिल विच साईं ते हथ विच किरत, ऐसी कमाई दी रोटी ब्रह्म भोज है। इउं कहंदे साहब सच्चे पातशाह जी बाहर आ गए। ये बोल बोल के पातशाह जी बाहर आ गए। मलक दा हौसला ना पिया कि गुरु साहब नूं हुण कुछ कह सके। सभा विच तमाशा देख के लोग दंग सन ते कईयां दे मन विच निश्चा हो गया कि साहब सच्चे पातशाह करनी दे पूरे ने, करनी दे पूरे ने सच्चे पातशाह। करनी दे गुरु साहब कहंदे पूरे ने, भाव सच्चे पातशाह ने यह गल समझा दी सब नूं कि यह नहीं कि जे तुहाडे कोल धन दौलत है, जे तुहाडे कोल पैसा है, ऐशो आराम है, खाण नूं कूड़े ने, खीर ने, सब कुछ है, कदे नहीं हो सकता भी उन्हां नूं खा के हमेशा आनंद ही आवे। उदाहरण भी गुरु साहब ने दित्ती कि खंड विच लपेटी हुई जहर जिन्हों पता है कदे भी नहीं खाएगा भी ये जहर है, भावें नूं खंड विच लपेट के उन्होंने मिठे विच लपेट के क्यों ना दे दित्ती जावे। सोचण वाली गल है। फिर पातशाह ने एक होर उदाहरण बड़े कमाल दी दित्ती। कहंदे भले हो गल सोचण वाली है साडे लई भी कि किक्कर दे बीज नूं कदे कंडे नहीं हुंदे। ਉਹਨੂੰ ਬੀਜਦੀ ਹੈ ਨਾ, ਜਦੋਂ ਬੂਟਾ ਬਣਦਾ ਹੈ, ਉਹ ਰੁੱਖ ਬਣਦਾ ਜਾਂਦਾ ਹੈ ਤੇ ਪੱਤਿਆਂ ਦੇ ਨਾਲ ਨਾਲ ਸੂਰਾਂ ਕੰਡੇ ਵੀ ਉਹਦੇ ਨਿਕਲਦੇ ਆਉਂਦੇ ਨੇ। ਪਾਤਸ਼ਾਹ ਕਹਿੰਦੇ ਇਹ ਕਿਰਤ ਹੈ ਸਾਡੀ।
सच्चे पातशाह जी ने बोल के कहते भलिया लालो वाहिगुरु आख्या मलक भागो तू कह रहा है कि असी तेरे घर का भोज नहीं किया पर एक गल है तेरे इस घर के भोज दे विच इत्थे गरीबां दा खून है तू धक्के नाल जबरदस्ती सब कुछ इकट्ठा करके ते ये महल माड़ियां खड़ियां कर लियां पर दूजे पासे लालो जी दी कोदरे दी रोटी है अलूना साग है जिहदे कोल क्यों क्योंकि ਉਹਦੇ अंदर नाम है बाणी है धर्म की किरत है ਉਹਦੀ दसां नूहां की किरत है धर्म की कमाई है पातशाह कहते जिन्हों खा के मन में शांति आउंदी ते मन चिंता तो रहत हुंदा है कोई चिंता नहीं हुंदी किसी गल की फिर लालो मलक भागो हुण दस तेरे घर का प्रशादा चंगा मलक भागो दस तेरे घर का प्रशादा चंगा कि तेरे घर के कूड़े चंगे कि लालो दे घर दे कोदरे दी रोटी चंगी हुण मलक भागो कोल जो कोई जवाब नहीं सी इस गल का कोई जवाब है ही नहीं सी ते उत्थे बैठे लोग भी समझ गए कि ये कोई आम बंदा नहीं है जिहड़ा आया है असल विच ये रहमतां दा घर है जिन्हों लोकां ने नानक तपा कह दिता ये बख्शिशां दा घर है ये रहमतां दा घर है ये सचमुच ही कोई वड्डा तपा है ये सचमुच ही हुण लोग साहब सच्चे पातशाह जी के बारे सोचन भी लग पे विचारन भी लग पे बड़ा कुछ होया इत्थे एक दो घटनावां सैदपुर के अंदर होर भी वापरियां सन इहदा जिक्र आपां कल की जो क्लास है उहदे विच करांगे कि किवें सच्चे पातशाह जी ने की रहमतां उत्थे की बख्शिशां जिहड़ियां ओह उत्थे कीतियां सो अज इन्नी को बेनती आप जी ने प्रवान कर लेनी जी बेअंत भुल्लां दी खिमा जी कल नूं अगला इतिहास आपां विचारांगे ते शाम नूं 4:45 ते गुरु ग्रंथ साहिब जी की संथ्या जो आपां अर्थां समेत करते हैं उस क्लास में हाजरी भरांगे जी सो इन्नियां को बेनतियां प्रवान बेअंत भुल्लां दी खिमा करो गुरफतेह दी सांझ वाहिगुरु जी का खालसा वाहिगुरु जी की फतेह।